ਤੇ ਇਸ ਵੇਲੇ ਪਹਿਲਵਾਨਾਂ ਨੂੰ ਲੈ ਕੇ ਕਿਸ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ। ਇੰਟਰਨੈਸ਼ਨਲ ਲੈਵਲ ਤੋਂ ਜਿਹੜੀਆਂ 올림픽ਸ ਦੀਆਂ ਕਮੇਟੀਆਂ ਬਣੀਆਂ ਹੋਈਆਂ ਨੇ ਉਹਨਾਂ ਨੇ ਇਸ ਮਾਮਲੇ ਦੇ ਵਿੱਚ ਦਖਲਅੰਦਾਜ਼ੀ ਸ਼ੁਰੂ ਕਰ ਦਿੱਤੀ ਹੈ। ਇਹ ਉਹ ਬੰਦੇ ਨੇ, ਉਹ ਔਰਤਾਂ ਨੇ ਜਿਨ੍ਹਾਂ ਨੇ ਦੁਨੀਆ ਵਿਸ਼ਵ ਭਰ ਤੇ ਦੇਸ਼ ਦਾ ਨਾਮ ਨੂੰ ਚਮਕਾਇਆ, ਰੌਸ਼ਨ ਕੀਤਾ। ਸਧਾਰਨ ਘਰਾਂ ਚੋਂ ਉੱਠੇ ਹੋਏ ਖਿਡਾਰੀ ਕਿ ਇੱਕ ਬੀਜੇਪੀ ਦੇ ਨਾਲ ਜੁੜਿਆ ਹੋਇਆ ਨੁਮਾਇੰਦਾ ਹੈ, ਤਾਂ ਕਰਕੇ ਇਹ ਇੰਨੀ ਦੇਰੀ ਹੋ ਰਹੀ ਹੈ। ਹਮੇਸ਼ਾ ਸ਼ੁਭਕਰਮਾ ਨੇ ਕਿਹਾ ਜਾਂਦਾ ਕਿ ਜਸਟਿਸ ਡਿਲੇਡ ਇਜ਼ ਜਸਟਿਸ ਡਿਨਾਈਡ। ਜਸਟਿਸ ਕਿੱਥੇ ਹੈ ਇਹ ਤਾਂ ਕਿਸੇ ਨੂੰ ਲੱਭ ਹੀ ਨਹੀਂ ਰਿਹਾ, ਦਿਖ ਹੀ ਨਹੀਂ ਰਿਹਾ। ਤੇ ਸਭ ਤੋਂ ਵੱਡੀ ਗੱਲ ਹੈ ਵੀ ਉਹਨਾਂ ਨੂੰ ਜਿਹੜਾ ਲਾਅ ਹੈ, ਰੂਲ ਆਫ ਲਾਅ, ਇਹ ਕਹਿੰਦਾ ਹੈ ਪੋਕਸੋ ਐਕਟ ਜੇ ਕਿਸ ਤੇ ਹੋ ਜੇ ਨਾਨ ਅਵੇਲੇਬਲ ਹੈ। ਜਦੋਂ ਸਪੋਰਟਸ ਦੀ ਗੱਲ ਆਉਂਦੀ ਹੈ ਤੇ ਹਰਿਆਣਾ ਦਾ ਨਾਮ ਸਭ ਤੋਂ ਪਹਿਲੇ ਨੰਬਰ ਤੇ ਆਉਂਦਾ ਹੈ। ਬੇਸ਼ੱਕ ਨਾਲ ਪੰਜਾਬ ਲੱਗਦਾ, ਹਿਮਾਚਲ ਲੱਗਦਾ, ਪਰ ਹਰਿਆਣਾ ਹਮੇਸ਼ਾ ਇਸ ਗੱਲ ਦੇ ਲਈ ਮੰਨਿਆ ਜਾਂਦਾ ਕਿ ਜੋ ਇਨਫਰਾਸਟ੍ਰਕਚਰ, ਜੋ ਸੁਵਿਧਾਵਾਂ ਹਰਿਆਣੇ ਨੇ ਦਿੱਤੀਆਂ ਆਪਣੇ ਖਿਡਾਰੀਆਂ ਨੂੰ, ਸ਼ਾਇਦ ਉਹ ਕਦੇ ਨਹੀਂ ਦੇ ਪਾਇਆ। ਪੰਜਾਬ ਦੇ ਕਈ ਖਿਡਾਰੀ ਇਸ ਲਈ ਹਰਿਆਣੇ ਵੱਲੋਂ ਜਾ ਕੇ ਪਰਫਾਰਮ ਕਰਦੇ ਨੇ। ਸ਼ੁਕਰਮਨ, ਤੁਸੀਂ ਕੀ ਇਮੇਜਿਨ ਕਰ ਸਕਦੇ ਹੋ ਮਹਿੰਦਰ ਸਿੰਘ ਧੋਨੀ ਨਾਲ ਹੋਵੇ, ਸਚਿਨ ਤੰਦੂਲਕਰ ਨਾਲ ਐ ਹੋ ਰਿਹਾ ਹੋਵੇ, ਵਿਰਾਟ ਕੋਹਲੀ ਨਾਲ ਐ ਹੋ ਰਿਹਾ ਹੋਵੇ। ਅੱਜ ਸਾਰੀ ਦੇਸ਼ ਚਰਚਾ ਕਰ ਰਿਹਾ ਵੀ ਧੋਨੀ ਅਗਲਾ ਸੀਜ਼ਨ ਖੇਡੂ ਨਹੀਂ ਖੇਡੂ। ਉਹ ਕੋਈ ਸੀਰੀਅਸ ਵਿਸ਼ਾ? ਸੁਪਰੀਮ ਕੋਰਟ ਦੇ ਦਖਲ ਤੋਂ ਬਾਅਦ ਜਦੋਂ ਸੁਪਰੀਮ ਕੋਰਟ ਨੇ ਜਵਾਬ ਮੰਗਿਆ ਪੁਲਿਸ ਤੋਂ, ਉਸ ਤੋਂ ਬਾਅਦ FIR ਦਰਜ ਕੀਤੀ ਗਈ ਹੈ। ਪਰ FIR ਹੋ ਗਈ ਹੈ, ਗ੍ਰਿਫਤਾਰੀ ਕਦੋਂ ਹੋਵੇਗੀ ਜਾਂ ਨਹੀਂ ਹੋਵੇਗੀ, ਇਸ ਦਾ ਕੋਈ ਜਵਾਬ ਨਹੀਂ ਹੈ। ਪ੍ਰਦਰਸ਼ਨ ਜਾਰੀ, ਪਰ ਕਦੋਂ ਹੋਵੇਗੀ ਗ੍ਰਿਫਤਾਰੀ? ਇਹ ਉਹ ਸਵਾਲ ਹੈ ਜਿਹੜਾ ਇਸ ਵੇਲੇ ਸਿਰਫ ਭਾਰਤ ਦੇ ਵਿੱਚ ਹੀ ਨਹੀਂ, ਦਿੱਲੀ ਦੇ ਵਿੱਚ ਨਹੀਂ, ਬਲਕਿ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਚੁੱਕਿਆ ਜਾ ਰਿਹਾ ਹੈ ਕਿ ਆਖਿਰਕਾਰ ਜੋ ਦਿੱਲੀ ਦੇ ਵਿੱਚ ਪਹਿਲਵਾਨਾਂ ਦਾ ਪ੍ਰਦਰਸ਼ਨ ਚੱਲ ਰਿਹਾ ਹੈ, ਉਹ ਚੱਲ ਤਾਂ ਰਿਹਾ ਹੈ, ਪਰ ਜਿਸ ਮਕਸਦ ਨੂੰ ਲੈ ਕੇ ਚੱਲ ਰਿਹਾ ਹੈ, ਕੀ ਉਹ ਮਕਸਦ ਕਦੇ ਪੂਰਾ ਹੋਵੇਗਾ? ਗ੍ਰਿਫਤਾਰੀ ਹੋਵੇਗੀ ਜਾਂ ਫਿਰ ਸਿਰਫ FIR ਦਰਜ ਕਰਕੇ ਬ੍ਰਿਜ ਭੂਸ਼ਣ ਨੂੰ ਹਮੇਸ਼ਾ ਇਸੇ ਤਰ੍ਹਾਂ ਬਚਾਇਆ ਜਾਂਦਾ ਰਹੇਗਾ? ਜਾਂ ਸੱਚ ਕੀ ਹੈ ਉਹ ਕਦੇ ਸਾਹਮਣੇ ਆਵੇਗਾ ਜਾਂ ਨਹੀਂ ਆਵੇਗਾ? ਇਸੇ ਮਸਲੇ ਦੇ ਉੱਪਰ ਤੇ ਇਸ ਵੇਲੇ ਪਹਿਲਵਾਨਾਂ ਨੂੰ ਲੈ ਕੇ ਕਿਸ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ। ਇੰਟਰਨੈਸ਼ਨਲ ਲੈਵਲ ਤੋਂ ਜਿਹੜੀਆਂ 올림픽ਸ ਦੀਆਂ ਕਮੇਟੀਆਂ ਬਣੀਆਂ ਹੋਈਆਂ ਨੇ ਉਹਨਾਂ ਨੇ ਇਸ ਮਾਮਲੇ ਦੇ ਵਿੱਚ ਦਖਲਅੰਦਾਜ਼ੀ ਸ਼ੁਰੂ ਕਰ ਦਿੱਤੀ ਹੈ। ਸਥਿਤੀ ਫਿਲਹਾਲ ਕੀ ਬਣੀ ਹੋਈ ਹੈ, ਕਿੰਨੇ ਦਿਨ ਹੋ ਗਏ ਨੇ ਅਤੇ ਹੁਣ ਤੱਕ ਕੀ ਕੁਝ ਹੋਇਆ ਹੈ, ਉਹ ਅਸੀਂ ਇਸ ਵਿਸ਼ੇ ਦੇ ਉੱਪਰ ਚਰਚਾ ਕਰਾਂਗੇ। ਪੰਜਾਬੀ ਲਿੰਕ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਤੇ ਇਸ ਵਿਸ਼ੇ ਦੇ ਉੱਪਰ ਕਿਉਂਕਿ ਬਹੁਤ ਵੱਡਾ ਇਹ ਵਿਸ਼ਾ ਬਣਿਆ ਹੋਇਆ ਹੈ, ਬਹੁਤ ਗੰਭੀਰ ਸਿਚੁਏਸ਼ਨ ਬਣੀ ਹੋਈ ਹੈ, ਤੇ ਉਸ ਦੇ ਉੱਪਰ ਗੱਲਬਾਤ ਕਰਨ ਦੇ ਲਈ ਮੇਰੇ ਸਹਿਯੋਗੀ ਸ਼ੁਭਕਰਮਨ ਸਿੰਘ ਧਾਲੀਵਾਲ ਵੀ ਨਾਲ ਮੌਜੂਦ ਨੇ। ਸ਼ੁਭਕਰਮਨ, ਬਹੁਤ ਸਵਾਗਤ ਹੈ। ਥੈਂਕ ਯੂ ਅਮ੍ਰਿਤ, ਥੈਂਕ ਯੂ ਬਹੁਤ। ਤਾਂ ਸ਼ੁਭਕਰਮਨ, ਆਲਮੋਸਟ 40 ਦਿਨ ਹੋ ਗਏ ਨੇ। ਬੜੀ ਵੈਸੇ ਮੈਨੂੰ ਲੱਗਦਾ ਕਿ ਸਾਡੀ ਤਰਾਸਦੀ ਇਹ ਰਹੀ ਹੈ ਕਿ ਸਾਡੇ ਪਹਿਲਵਾਨ, ਖਾਸ ਤੌਰ ਤੇ ਮਹਿਲਾ ਪਹਿਲਵਾਨ ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਦੇਸ਼ ਦੇ ਲਈ ਤਗਮੇ ਲਿਆਂਦੇ, ਅੱਜ ਇਹ ਹਾਲਾਤ ਬਣ ਗਏ ਕਿ ਹਰਿਦੁਆਰ ਦੇ ਵਿੱਚ ਉਹਨਾਂ ਨੂੰ ਵਹਾਉਣ ਦੇ ਲਈ ਮਜਬੂਰ ਹੋ ਗਏ। ਜੀ ਬਿਲਕੁਲ ਅਮ੍ਰਿਤ, ਦੇਖੋ ਇਹ ਕੋਈ ਆਮ ਸਧਾਰਨ ਔਰਤਾਂ ਨਹੀਂ ਹੈਗੀਆਂ। ਇਹ ਉਹ ਬੰਦੇ ਨੇ, ਉਹ ਔਰਤਾਂ ਨੇ ਜਿਨ੍ਹਾਂ ਨੇ ਦੁਨੀਆ ਵਿਸ਼ਵ ਭਰ ਤੇ ਦੇਸ਼ ਦਾ ਨਾਮ ਨੂੰ ਚਮਕਾਇਆ, ਰੌਸ਼ਨ ਕੀਤਾ। ਸਧਾਰਨ ਘਰਾਂ ਚੋਂ ਉੱਠੇ ਹੋਏ ਖਿਡਾਰੀ ਨੇ। ਜੇ ਉਹਨਾਂ ਦੀ ਇਹ ਦੁਰਦਸ਼ਾ ਹੈ ਤੇ ਉਹਨਾਂ ਦੇ ਜੇ ਇਹੋ ਜਿਹੇ ਹਾਲਾਤ ਨੇ, ਤੁਸੀਂ ਆਪ ਸੋਚ ਸਕਦੇ ਆ ਆਪਾਂ ਸਾਰੇ ਹੀ ਵੀ ਆਮ ਸਧਾਰਨ ਜਿਹੜੀ ਔਰਤਾਂ ਨੇ ਉਹਨਾਂ ਦਾ ਕੀ ਹੁੰਦਾ ਹੋਊ ਜਦੋਂ ਜਸਟਿਸ ਦੀ ਭਾਲ 'ਚ ਜਾਂਦੇ ਹੋਣਗੇ ਜਾਂ ਕੋਈ ਪੁਲਿਸ ਸਟੇਸ਼ਨ ਜਾਂ ਸਿਆਸੀ ਨੁਮਾਇੰਦਿਆਂ ਕੋਲੇ ਜਾਂਦੇ ਹੋਣਗੇ। ਜਸਟਿਸ ਕਿੱਥੇ ਹੈ ਇਹ ਤਾਂ ਕਿਸੇ ਨੂੰ ਲੱਭ ਹੀ ਨਹੀਂ ਰਿਹਾ, ਦਿਖ ਹੀ ਨਹੀਂ ਰਿਹਾ। ਤੇ ਸਭ ਤੋਂ ਵੱਡੀ ਗੱਲ ਹੈ ਵੀ ਉਹਨਾਂ ਨੂੰ ਜਿਹੜਾ ਲਾਅ ਹੈ, ਰੂਲ ਆਫ ਲਾਅ, ਇਹ ਕਹਿੰਦਾ ਹੈ ਪੋਕਸੋ ਐਕਟ ਜੇ ਕਿਸ ਤੇ ਹੋ ਜੇ ਨਾਨ ਅਵੇਲੇਬਲ ਹੈ। ਆਮ ਸਧਾਰਨ ਬੰਦੇ ਤੇ ਜਾਂ ਔਰ ਮਾਈਨਰ ਦੇ ਨਾਲ ਇਹਨਾਂ ਦੇ ਨਾਲ ਛੇੜਛਾੜ ਦੇ ਇਲਜ਼ਾਮ ਲੱਗੇ ਨੇ। 7 ਕੁੜੀਆਂ ਨੇ ਦੋਸ਼ ਲਾਏ ਹੈ, ਇੱਕ ਮਾਈਨਰ ਹੈ। ਉਹਦੇ ਅੰਦਰੋਂ ਜੇ ਨਾਨ ਅਵੇਲੇਬਲ ਹੋਵੇ ਤੇ ਜਿਹੜਾ ਆਰੋਪੀ ਹੈ ਜਿਹਦੇ ਖਿਲਾਫ ਐਲੀਗੇਸ਼ਨ ਹੈ ਉਹ ਬਾਹਰ ਆਈ ਘੁੰਮ ਰਿਹਾ ਤੇ ਚੌੜਾ ਹੋਇਆ ਘੁੰਮ ਰਿਹਾ, ਠੀਕ ਹੈ, ਕੋਈ ਕਿਸੇ ਨੇ ਪੁੱਛਿਆ ਹੀ ਨਹੀਂ ਉਹਨੂੰ। ਪੁਲਿਸ ਵੀ ਸਪੈਕਟੇਟਰ ਹੈ ਵੀ ਜਿਹੜਾ ਬੰਦਾ ਪਾਵਰ 'ਚ ਹੈ ਜਾਂ ਸਰਕਾਰ ਦਾ ਬਾਹੂਬਲੀ ਹੈ, ਯੂਪੀ 'ਚੋਂ ਆਉਂਦਾ, ਗੋਂਡਾ ਦਾ ਉਹ ਨੁਮਾਇੰਦਾ MP ਆ ਉੱਥੋਂ, ਬ੍ਰਿਜ ਭੂਸ਼ਣ, ਤੇ ਉੱਥੇ ਜਿਹੜਾ ਬੰਦਾ ਹੈਗਾ ਉਹਦੇ ਵਾਸਤੇ ਲਾਅ ਡਿਫਰੈਂਟ ਹੈ। ਜੇ ਫਰਜ਼ ਕਰੋ ਇਹੋ ਜਿਹਾ ਕਿਸੇ ਹੋਰ ਉੱਤੇ ਹੋਇਆ ਹੁੰਦਾ ਜਾਂ ਵਿਰੋਧੀ ਧਿਰ ਦਾ ਕੋਈ ਬੰਦਾ ਹੁੰਦਾ, ਕਿਸੇ ਵੀ ਹੋਰ ਪਾਰਟੀ 'ਚ ਹੁੰਦਾ, ਕੀ ਇਹੋ ਜਿਹਾ ਹੀ ਵਿਵਹਾਰ ਹੋਣਾ ਸੀ? ਇੱਥੇ ਤਾਂ ਆਪਾਂ ਜਰਨਲਿਸਟਾਂ ਦੀ ਦੇਖਿਆ ਆਮ ਤੌਰ ਤੇ ਜਿਹੜਾ ਮਰਜ਼ੀ ਐਕਟ ਲਾ ਦੋ, ਬਾਅਦ ਚ ਦੇਖਾਂਗੇ, ਚੱਕ ਲੋ ਕਿਸ ਨੂੰ ਵੀ ਘਰੋਂ। ਵਿਦੇਸ਼ ਤੋਂ ਕੋਈ ਗਿਆ ਹੈ ਤਾਂ ਉਸਨੂੰ ਫੜ ਕੇ ਪਤਾ ਨਹੀਂ ਅੱਜ ਤੱਕ ਕਿਹੜੇ ਜ਼ੁਲਮ ਦੇ ਵਿੱਚ ਗਿਆ ਹੈ ਉਹ ਸਮਝ ਹੀ ਨਹੀਂ ਆਉਂਦਾ। ਪਰ ਕਿਉਂਕਿ ਸਿਰਫ ਬ੍ਰਿਜ ਭੂਸ਼ਣ 2014 ਤੋਂ ਜਦੋਂ ਤੋਂ ਕਹਿ ਲਓ ਕਿ ਮੋਦੀ ਸਰਕਾਰ ਬਣੀ ਆ, ਉਦੋਂ ਤੋਂ ਉਹ MP ਨੇ। 12 ਸਾਲ ਹੋ ਗਏ ਨੇ ਭਾਰਤੀ ਕੁਸ਼ਤੀ ਮਹਾਸੰਘ ਦੇ ਪ੍ਰਧਾਨ ਨੇ, ਕਿਉਂਕਿ ਉਹਨਾਂ ਤੋਂ ਹਰ ਵਾਰ 4 ਸਾਲ ਦੀ ਇਹ ਟਰਮ ਹੁੰਦੀ ਹੈ। 4 ਸਾਲ ਬਾਅਦ ਸਹਿਮਤੀ ਦੇ ਨਾਲ ਹੀ, ਕਿਉਂਕਿ ਇਹ ਵੱਖ-ਵੱਖ ਜਿਹੜੀਆਂ ਬਣੀਆਂ ਹੁੰਦੀਆਂ ਨੇ, ਹਰ ਸੂਬੇ ਦੇ ਵਿੱਚ ਜਿਹੜੀਆਂ ਇਹ ਕੁਸ਼ਤੀ ਫੈਡਰੇਸ਼ਨ ਹੁੰਦੀਆਂ ਨੇ, ਤੇ ਉਹਨਾਂ ਦੀ ਸਭ ਤੋਂ ਸੁਪਰੀਮ ਜਿਹੜੀ ਸੰਸਥਾ ਹੁੰਦੀ ਹੈ ਉਹ ਭਾਰਤੀ ਕੁਸ਼ਤੀ ਫੈਡਰੇਸ਼ਨ ਹੁੰਦੀ ਹੈ। ਉਸ ਦਾ ਮੁਖੀ ਇਸ ਵੇਲੇ ਬ੍ਰਿਜ ਭੂਸ਼ਣ ਹੈ। ਤੇ ਜਦੋਂ ਬਾਕੀ ਸਾਰੀਆਂ ਵੱਲੋਂ ਸਹਿਮਤੀ ਦੇ ਦਿੱਤੀ ਜਾਂਦੀ ਹੈ ਸੂਬਿਆਂ ਵੱਲੋਂ, ਤਾਂ ਉਸੇ ਟੈਨਿਓਰ ਨੂੰ ਅੱਗੇ ਵਧਾ ਦਿੱਤਾ ਜਾਂਦਾ ਹੈ, ਜੋ ਕਿ
ਕਿ ਪਿਛਲੇ 12 ਸਾਲਾਂ ਤੋਂ ਲਗਾਤਾਰ ਬ੍ਰਿਜ ਭੂਸ਼ਣ ਦੇ ਵੱਲੋਂ ਕੀਤਾ ਜਾ ਰਿਹਾ ਹੈ। ਨਾਲ ਹੀ ਕਿਉਂਕਿ ਉਹ ਇੰਨੇ ਸਾਲਾਂ ਤੋਂ MP ਵੀ ਨੇ, ਕੇਸਰਗੰਜ ਨੂੰ ਉਹ ਰਿਪਰੈਜ਼ੈਂਟ ਕਰ ਰਹੇ ਨੇ, ਤਾਂ ਕਿਉਂਕਿ ਇੱਕ BJP ਦੇ ਨਾਲ ਜੁੜਿਆ ਹੋਇਆ ਨੁਮਾਇੰਦਾ ਹੈ, ਤਾਂ ਕਰਕੇ ਇਹ ਇੰਨੀ ਦੇਰੀ ਹੋ ਰਹੀ ਹੈ। ਹਮੇਸ਼ਾ ਸ਼ੁਭਕਰਮਾ ਨੇ ਕਿਹਾ ਜਾਂਦਾ ਕਿ ਜਸਟਿਸ ਡਿਲੇਡ ਇਜ਼ ਜਸਟਿਸ ਡਿਨਾਈਡ। ਇੱਥੇ ਤਾਂ ਦੋਨੋਂ ਹੀ ਹੋ ਰਿਹਾ। ਤੇ ਇਹ ਗੱਲ ਦੇਖੋ, ਇਹ ਦੇਸ਼ ਦੀ ਲੋਕਾਂ ਨੂੰ ਇਹ ਗੱਲ ਸੋਚਣ ਦੀ ਗੱਲ ਹੈ। ਤੁਸੀਂ ਪੰਜਾਬ ਦੇ ਸੂਬੇ ਦੀ ਵੀ ਜੇ ਇਸ ਨਾਲ ਰੈਫਰੈਂਸ ਦੇ ਦਈਏ, ਜਸਟਿਸ ਫॉर ਸਿੱਧੂ ਮੂਸੇਵਾਲਾ ਆਪਾਂ ਕਿੰਨੀ ਵਾਰ ਯੂਜ਼ ਕਰਦੇ ਹਾਂ। ਉਹਨਾਂ ਦੇ ਮਾਪਿਓ ਕੈਂਪੇਨ ਕਰਦੇ ਆ, ਚੱਲ ਰਹੇ ਆ, ਉਹਨਾਂ ਨੂੰ ਵੀ ਨਹੀਂ ਮਿਲ ਰਿਹਾ। ਚਾਹੇ ਉਹ ਪੰਜਾਬ ਦੀ ਸਰਕਾਰ ਹੋਵੇ, ਕੇਂਦਰ ਸਰਕਾਰ, ਇਹ ਪੋਲੀਟੀਕਲ ਪਾਰਟੀਆਂ ਆਪਣੇ ਅਕੋਰਡਿੰਗ ਚੱਲ ਰਹੀਆਂ ਨੇ। ਜਦੋਂ ਉਹਨਾਂ ਨੂੰ ਸਿਆਸੀ ਲਾਹਾ ਕਿਸ ਚੀਜ਼ ਤੋਂ ਨਹੀਂ ਦਿਖ ਰਿਹਾ ਹੁੰਦਾ, ਉਹ ਐਕਟ ਹੀ ਨਹੀਂ ਕਰਦੇ, ਉਹ ਬੌਦਰ ਹੀ ਨਹੀਂ ਕਰਦੇ। ਤੇ ਸਭ ਤੋਂ ਵੱਡੇ ਗੁਨਾਹਗਾਰ ਤਾਂ ਫਿਰ ਲੋਕ ਹੋ ਜਾਂਦੇ ਨੇ, ਜਿਹੜਾ ਇਹਨਾਂ ਨੂੰ ਐਕਸੈਪਟ ਕਰ ਲੈਂਦੇ ਨੇ। ਉਵੇਂ ਬੇਸਿਕਲੀ ਤਾਂ ਸਰਕਾਰਾਂ ਦੀ ਐਰੋਗੈਂਸ ਝਲਕ ਰਹੀ ਹੈ ਨਾ। ਜੇ ਕੇਂਦਰ ਸਰਕਾਰ ਆ, ਉਹਦੀ ਐਰੋਗੈਂਸ ਹੈ ਵੀ ਇਹ ਇਸ਼ੂ ਚੱਲਣ ਦਿਓ, ਸਾਨੂੰ ਕੋਈ ਫਰਕ ਨਹੀਂ। ਜੇ ਕੱਲ ਨੂੰ ਇਲੈਕਸ਼ਨ ਵੀ ਹੋ ਜਾਂਦੀ ਹੈ, ਸਾਡੇ ਕੋਲ ਹੋਰ ਬੜੇ ਮੁੱਦੇ ਆ ਜਿਹਦੇ ਤੇ ਅਸੀਂ ਲੋਕਾਂ ਨੂੰ ਭਰਮਾ ਕੇ ਵੋਟ ਲੈ ਸਕਦੇ ਹਾਂ। ਔਰ ਖਾਸ ਤੌਰ ਤੇ ਇਹ ਸਵਾਲ ਇਸ ਲਈ ਉੱਠ ਰਹੇ ਨੇ ਕਿ ਜਿਹੜੇ ਇਸ ਵੇਲੇ ਦਿੱਲੀ ਦੇ ਵਿੱਚ ਧਰਨੇ ਪ੍ਰਦਰਸ਼ਨ ਕਰ ਰਹੇ ਨੇ, ਕੋਈ ਆਮ ਨਾਗਰਿਕ ਨਹੀਂ ਨੇ। ਉਹ ਕੋਈ ਸਾਡੇ ਤੁਹਾਡੇ ਵਰਗੇ ਨਹੀਂ ਨੇ ਕਿ ਠੀਕ ਹੈ ਜਿਨ੍ਹਾਂ ਨੂੰ ਚੁੱਪ ਕਰਾ ਦਿੱਤਾ ਜਾਂ ਜਿਨ੍ਹਾਂ ਨੂੰ ਦਬਾਅ ਪਾ ਕੇ ਭਜਾ ਦਿੱਤਾ। ਉਹ ਧੀਆਂ ਨੇ ਜਿਨ੍ਹਾਂ ਨੇ ਦੇਸ਼ ਦਾ ਨਾਮ ਰੌਸ਼ਨ ਕੀਤਾ ਇੰਟਰਨੈਸ਼ਨਲ ਲੈਵਲ ਤੇ। ਪਹਿਲਵਾਨੀ, ਜਿਹਨੂੰ ਹਮੇਸ਼ਾ ਇਹ ਕਿਹਾ ਜਾਂਦਾ ਸੀ ਕਿ ਹਾਂ ਵੀ ਪਹਿਲਵਾਨੀ ਤਾਂ ਮੁੰਡਿਆਂ ਦਾ ਕੰਮ ਹੈ, ਪਹਿਲਵਾਨੀ ਕੁੜੀਆਂ ਕਰ ਨਹੀਂ ਸਕਦੀਆਂ, ਉਹ ਹਰਿਆਣੇ ਦੀਆਂ ਧੀਆਂ, ਹਰਿਆਣੇ ਦੀਆਂ ਛੋਰੀਆਂ, ਜਿਨ੍ਹਾਂ ਨੂੰ ਕਿਹਾ ਜਾਂਦਾ ਸੀ ਛੋਰੋਂ ਸੇ ਇਹ ਕੰਮ ਨਹੀਂ ਹੈ। ਹਰਿਆਣਾ, ਕਿਉਂਕਿ ਜਦੋਂ ਸਪੋਰਟਸ ਦੀ ਗੱਲ ਆਉਂਦੀ ਹੈ ਤੇ ਹਰਿਆਣੇ ਦਾ ਨਾਮ ਸਭ ਤੋਂ ਪਹਿਲੇ ਨੰਬਰ ਤੇ ਆਉਂਦਾ ਹੈ। ਬੇਸ਼ੱਕ ਨਾਲ ਪੰਜਾਬ ਲੱਗਦਾ, ਹਿਮਾਚਲ ਲੱਗਦਾ, ਪਰ ਹਰਿਆਣਾ ਹਮੇਸ਼ਾ ਇਸ ਗੱਲ ਦੇ ਲਈ ਮੰਨਿਆ ਜਾਂਦਾ ਕਿ ਜੋ ਇਨਫਰਾਸਟ੍ਰਕਚਰ, ਜੋ ਸੁਵਿਧਾਵਾਂ ਹਰਿਆਣੇ ਨੇ ਦਿੱਤੀਆਂ ਆਪਣੇ ਖਿਡਾਰੀਆਂ ਨੂੰ, ਸ਼ਾਇਦ ਉਹ ਕਦੇ ਨਹੀਂ ਦੇ ਪਾਇਆ ਪੰਜਾਬ ਦੇ ਕਈ ਖਿਡਾਰੀ। ਇਸ ਲਈ ਹਰਿਆਣੇ ਵੱਲੋਂ ਜਾ ਕੇ ਪਰਫਾਰਮ ਕਰਦੇ ਨੇ। ਸ਼ੁਭਕਰਮਨ, ਪੰਜਾਬ ਦੀ ਟਾਈਮ ਤੇ ਬਹੁਤ ਜ਼ਿਆਦਾ ਚੜ੍ਹਤ ਹੁੰਦੀ ਸੀ ਕਿ ਜੇ ਸਪੋਰਟਸ ਦੀ ਗੱਲ ਕੀਤੀ ਜਾਵੇ, ਸੂਬੇ ਪੱਧਰ ਤੇ ਵੀ ਉਹਦੀ ਬਹੁਤ ਜ਼ਿਆਦਾ ਚੜ੍ਹਤ ਸੀ। ਪਰ ਜੇ ਪਿਛਲਾ ਤੁਸੀਂ ਸਮਾਂ ਦੇਖ ਲਿਓ ਤਾਂ ਹਰਿਆਣੇ ਦੇ ਖਿਡਾਰੀ ਬਹੁਤ ਜ਼ਿਆਦਾ ਉਹਨਾਂ ਨੇ ਸ਼ਾਈਨ ਕੀਤਾ, ਮੈਡਲ ਲੈ ਕੇ ਆਏ। ਤੁਹਾਨੂੰ ਮੈਂ ਇੱਕ ਫੈਕਟ ਦੱਸ ਦਿੰਦਾ, 올림픽ਸ ਦਾ 127 ਸਾਲ ਦਾ ਇਤਿਹਾਸ ਹੈ। ਇੰਡੀਆ ਦੇ ਟੋਟਲ 33 ਮੈਡਲ ਨੇ, ਉਹਨਾਂ ਵਿੱਚੋਂ 8 ਔਰਤਾਂ ਜਾਂ ਕੁੜੀਆਂ, ਫੀਮੇਲ ਐਥਲੀਟਸ ਦੇ ਨੇ। ਤੇ ਸਾਕਸ਼ੀ ਮਲਿਕ ਉਹਨਾਂ ਚੋਂ ਇਕਲੌਤੀ ਇਹ ਜੀ ਹੈ ਐਥਲੀਟ ਹੈ, ਫੀਮੇਲ ਐਥਲੀਟ, ਜਿਹਨੇ ਬ੍ਰੌਂਜ਼ ਮੈਡਲ ਜਿੱਤਿਆ 올림픽ਸ ਦੇ ਅੰਦਰ। ਤੇ ਉਹਦੀ ਦੁਰਦਸ਼ਾ ਕੀ ਹੋ ਰਹੀ ਹੈ? ਉਹਨੂੰ ਘੜੀਸਿਆ ਜਾ ਰਿਹਾ, ਉਹਨਾਂ ਕੁੱਟਮਾਰ ਹੋ ਰਹੀ ਹੈ, ਉਹਨੂੰ ਇੱਕ ਮਿਨੀਮਮ ਰਿਸਪੈਕਟ ਵੀ ਨਹੀਂ ਦਿੱਤੀ ਜਾ ਰਹੀ। ਇਹੀ ਗੱਲ ਕਾਮਨਵੈਲਥ ਦੀ ਜਿਹੜੀ ਚੈਂਪੀਅਨ ਹੈ ਫੋਗਾਟ, ਉਹਦੇ ਨਾਲ ਹੋ ਰਿਹਾ। ਜਿਹੜੇ ਹੋਰ ਕਿੰਨੇ ਲੋਕ ਨੇ, ਤੁਸੀਂ ਕੀ ਇਮੈਜਿਨ ਕਰ ਸਕਦੇ ਹੋ ਮਹਿੰਦਰ ਸਿੰਘ ਧੋਨੀ ਨਾਲ ਹੋਵੇ, ਸਚਿਨ ਤੰਦੂਲਕਰ ਨਾਲ ਐ ਹੋ ਰਿਹਾ ਹੋਵੇ, ਵਿਰਾਟ ਕੋਹਲੀ ਨਾਲ ਐ ਹੋ ਰਿਹਾ ਹੋਵੇ। ਅੱਜ ਸਾਰੀ ਦੇਸ਼ ਚਰਚਾ ਕਰ ਰਿਹਾ ਵੀ ਧੋਨੀ ਅਗਲਾ ਸੀਜ਼ਨ ਖੇਡੂ ਨਹੀਂ ਖੇਡੂ। ਉਹ ਗੱਲ, ਉਹ ਕੋਈ ਸੀਰੀਅਸ ਵਿਸ਼ਾ ਨਾ ਹੀ ਇਹਨਾਂ ਕ੍ਰਿਕਟਰਾਂ ਵੱਲੋਂ। ਹੋਰ ਸਪੋਰਟਸ ਦੇ ਜਿਹੜੇ ਹੋਰ ਐਥਲੀਟਸ ਨੇ, ਉਹਨਾਂ ਨਾਲ ਕੋਈ ਸਪੋਰਟ ਹੀ ਨਹੀਂ ਕੀਤੀ ਕਿਸੇ ਨੇ। ਸਿਰਫ ਇੱਕ 골ਡ ਮੈਡਲਿਸਟ ਵਿਨਰ ਹੈ ਨੀਰਜ ਚੋਪੜਾ, ਉਹਨੇ ਟਵੀਟ ਕਰਕੇ ਕਿਹਾ ਵੀ ਇਹ ਧੱਕਾ ਹੋ ਰਿਹਾ। ਤੇ ਨਾਲ ਅਭਿਨਵ ਬਿੰਦਰਾ ਨੇ ਕਿਹਾ, ਉਹ ਵੀ 골ਡ ਮੈਡਲਿਸਟ ਹੈ ਸ਼ੂਟਿੰਗ ਦੇ ਅੰਦਰ। ਇਹਨਾਂ ਨੇ ਕਿਹਾ ਕਿਉਂਕਿ ਇਹਨਾਂ ਨੂੰ ਪਤਾ ਵੀ ਇਹਨਾਂ ਨਾਲ ਇੱਕ ਸਟੈਪ ਮਦਰ ਵੀ ਹੋਏ ਨੇ, ਉਹਨਾਂ ਚੀਜ਼ਾਂ ਦੇ ਵਿੱਚ ਪਤਾ ਹੈ ਰਿਸਪੈਕਟ ਮਿਲਦੀ ਨਹੀਂ, ਉਹਨੀ ਤਰਜੀਹ ਨਹੀਂ ਦਿੱਤੀ ਜਾਂਦੀ। ਹੁਣ ਇੱਥੇ ਕੋਈ ਉਹੀ ਜਾਲੀ ਜਿਹਾ ਪਲੇਅਰ ਹੋਵੇ ਕ੍ਰਿਕਟ ਦਾ, ਉਹਨੂੰ ਇੰਨੀ ਜ਼ਿਆਦਾ ਇੰਪੋਰਟੈਂਸ ਦੇ ਦਿੱਤੀ ਜਾਂਦੀ ਹੈ। ਉਹਦੀ ਨਿੱਕੀ ਜੀ ਕੋਈ ਗੱਲ ਹੋ ਜੇ, ਰਣਜੀ ਟਰੋਫੀ ਦਾ ਪਲੇਅਰ ਹੋਵੇ ਜਾਂ ਉਸ ਤੋਂ ਵੀ ਥੱਲੇ ਲੈਵਲ ਦਾ ਕੋਈ ਪਲੇਅਰ ਹੋਵੇ ਡੋਮੈਸਟਿਕ ਦਾ, ਉਹਨੂੰ ਇੰਨੀ ਜ਼ਿਆਦਾ ਇੰਪੋਰਟੈਂਸ ਦਿੱਤੀ। ਇਹ 골ਡ ਮੈਡਲ ਵਿਨਰ ਨੇ। ਤਾਂ ਤਰਾਸਦੀ ਇਹ ਰਹੀ ਹੈ ਕਿ ਹਮੇਸ਼ਾ ਅਸੀਂ ਇਹ ਨਹੀਂ ਕਹਿੰਦੇ, ਜਿਵੇਂ ਕਹਿੰਦੇ ਆ ਕਿ ਹਰ ਬੋਲੀ ਜ਼ਰੂਰੀ ਹੁੰਦੀ ਹੈ, ਹਰ ਖੇਡ ਜ਼ਰੂਰੀ ਹੈ, ਪਰ ਜੋ ਅੱਜ ਤੱਕ ਦਰਜਾ ਕ੍ਰਿਕਟ ਨੂੰ ਦਿੱਤਾ ਜਾਂਦਾ ਰਿਹਾ ਹੈ, ਉਹ ਚਾਹੇ ਸਾਡੇ ਹਾਕੀ ਖਿਡਾਰੀ ਹੋਣ ਜਾਂ ਫਿਰ ਸਾਡੇ ਪਹਿਲਵਾਨ ਹੋਣ, ਇਸ ਦੇ ਵਿੱਚ ਕੋਈ ਦੋ ਰਾਏ ਨਹੀਂ ਹੈ ਕਿ ਉਹਨਾਂ ਨੂੰ ਦਿੱਤਾ ਨਹੀਂ ਜਾਂਦਾ ਰਿਹਾ। ਵਿਨੇਸ਼ ਫੋਗਾਟ ਉਹ ਪਹਿਲੀ ਭਾਰਤੀ ਮਹਿਲਾ ਹੈ ਜਿਹੜੀ ਕਾਮਨਵੈਲਥ ਦੇ ਵਿੱਚ ਜਾ ਕੇ ਮੈਡਲ ਜਿੱਤ ਕੇ ਲਿਆਈ ਹੈ। ਕਾਮਨਵੈਲਥ ਤੋਂ ਲੈ ਕੇ ਉਸ ਤੋਂ ਇਲਾਵਾ ਏਸ਼ੀਅਨ ਮੈਡਲ ਹੋਣ, ਉਸ ਤੋਂ ਇਲਾਵਾ ਅਰਜੁਨ ਅਵਾਰਡ, ਪਤਾ ਨਹੀਂ ਕਿਹੜੇ ਅਵਾਰਡਸ ਦੇ ਨਾਲ ਇਹਨਾਂ ਨੂੰ ਸਨਮਾਨਿਤ ਕੀਤਾ ਜਾ ਚੁੱਕਾ ਹੈ। ਦੂਜੇ ਪਾਸੇ ਅਸੀਂ ਜਦੋਂ ਗੱਲ ਕਰਦੇ ਹਾਂ ਹਰਿਆਣੇ ਦੇ ਪਿੰਡ ਬਲਾਲੀ ਦੀ, ਗੀਤਾ ਫੋਗਾਟ, ਬਬੀਤਾ ਫੋਗਾਟ, ਸੰਗੀਤਾ ਫੋਗਾਟ, ਰਿਤੂ, ਇਹ 4 ਭੈਣਾਂ ਨੇ। ਵਿਨੇਸ਼ ਫੋਗਾਟ, ਇਹ ਇਹਨਾਂ ਦੀਆਂ ਕਜ਼ਨ ਭੈਣਾਂ ਨੇ। ਸਾਰੀਆਂ ਦੀ ਜਿਹੜੀ ਅਪਬ੍ਰਿੰਗਿੰਗ ਹੈ, ਕਿਉਂਕਿ ਵਿਨੇਸ਼ ਫੋਗਾਟ ਤੇ ਉਹਨਾਂ ਦੀ ਭੈਣ, ਉਹਨਾਂ ਦੇ ਫਾਦਰ ਦੀ ਜਦੋਂ ਡੈਥ ਹੋ ਗਈ ਸੀ, ਤੇ ਮਹਾਵੀਰ ਫੋਗਾਟ ਇਹਨਾਂ ਨੇ ਹੀ ਇਹਨਾਂ 6 ਨੂੰ ਰੇਜ਼ ਕੀਤਾ ਹੈ। ਤਾਂ ਹੀ ਬੜੀ ਅੱਜ ਕੱਲ ਇਹ ਹਮੇਸ਼ਾ ਕਨਫਿਊਜ਼ਨ ਵੀ ਰਹਿੰਦੀ ਹੈ ਕਿ ਅਸਲ ਦੇ ਵਿੱਚ ਭੈਣਾਂ ਕਿੰਨੀਆਂ ਨੇ। ਅਸਲ ਦੇ ਵਿੱਚ 4 ਭੈਣਾਂ, ਗੀਤਾ, ਬਬੀਤਾ, ਸੰਗੀਤਾ ਤੇ ਰਿਤੂ ਨੇ, ਅਤੇ ਵਿਨੇਸ਼ ਫੋਗਾਟ ਉਹਨਾਂ ਦੀ ਕਜ਼ਨ ਹੈ। ਪਰ ਇਸ ਵੇਲੇ ਜਿਹੜੀ ਗੱਲ ਹੈ ਉਹ ਸਾਕਸ਼ੀ ਮਲਿਕ ਦੀ ਹੋਵੇ ਜਾਂ ਬਜਰੰਗ ਪੂਨੀਆ ਦੀ ਹੋਵੇ, ਕਿਉਂਕਿ ਜਵਾਈ ਲੱਗਦੇ ਨੇ ਉਹ ਵੀ ਮਹਾਵੀਰ ਫੋਗਾਟ ਦੇ, ਇਹ ਇਸ ਵੇਲੇ ਸਵਾਲ ਨੇ ਕਿ ਤੁਸੀਂ ਪੌਕਸੋ ਐਕਟ ਤਹਿਤ ਤੁਸੀਂ ਮਾਮਲਾ ਦਰਜ ਕਰ ਦਿੱਤਾ, ਤੁਸੀਂ ਗੰਭੀਰ ਜਿਨਸੀ ਹਿੰਸਾ ਦਾ ਤੁਸੀਂ ਕਿਹਾ ਕਿ ਮੰਨਿਆ ਕਿ ਤੁਸੀਂ ਹਾਂਜੀ ਜੀ ਇਹ ਹੋਈ ਹੈ, ਪਰ ਫਿਰ ਇੰਨੇ ਵੱਡੇ ਜਦੋਂ ਮਾਮਲੇ ਦੇ ਵਿੱਚ ਇੰਨੀਆਂ ਵੱਡੀਆਂ ਧਾਰਾਵਾਂ, ਧਾਰਾ 10 ਵੀ ਲਗਾਈ ਗਈ ਹੈ ਸ਼ੁਕਰਮਨ, ਜਿਹੜੀ ਐਗਰੀਵੇਟਡ ਸੈਕਸ਼ੂਅਲ ਅਸੌਲਟ ਦੱਸਦੀ ਹੈ, ਉਹ ਆਪਣੇ ਆਪ ਦੇ ਵਿੱਚ ਬੜੀ ਗੰਭੀਰ ਹੁੰਦੀ ਹੈ। ਜਦੋਂ ਮਾਈਨਰ ਦੇ ਨਾਲ ਇਸ ਤਰ੍ਹਾਂ ਦਾ ਕੁਝ ਹੋ ਜਾਵੇ ਤਾਂ ਉਹ ਹੋਰ ਵੀ ਜ਼ਿਆਦਾ ਗੰਭੀਰ ਹੋ ਜਾਂਦੀ ਹੈ। ਤੁਸੀਂ ਹੁਣੀ ਗੱਲ ਕੀਤੀ ਕਿ ਬਹੁਤ ਜ਼ਿਆਦਾ
ਜਿਹੜੇ 올림픽ਸ ਨੇ ਪਲੇਅਰਸ ਵੀ ਇਹਨਾਂ ਦੇ ਹੱਕ ਦੇ ਵਿੱਚ ਨਹੀਂ ਆਏ। ਸਵਾਲ ਇੱਥੇ ਇਹ ਵੀ ਹੈ ਸ਼ੁਭਕਰਮਨ, ਬਾਲੀਵੁੱਡ ਕਿੱਥੇ ਹੈ? ਆਮਿਰ ਖਾਨ 2016 ਦੇ ਵਿੱਚ ਆਉਂਦੇ ਨੇ, ਮਹਾਵੀਰ ਫੋਗਾਟ ਇੱਕਦਮ ਚਰਚਾ 'ਚ ਆ ਜਾਂਦੇ ਨੇ, ਪਿੰਡ ਬਲਾਲੀ ਉਸ ਵੇਲੇ ਚਰਚਾ 'ਚ ਆ ਜਾਂਦਾ ਹੈ। ਦੰਗਲ ਮੂਵੀ ਦੇ ਨਾਲ ਤੁਸੀਂ ਬਿਗ ਸਕਰੀਨ ਦੇ ਉੱਤੇ ਕਰੋੜਾਂ ਰੁਪਏ ਕਮਾ ਕੇ ਆਪਣਾ ਨਾਮ ਬਣਾ ਲਿਆ। ਅੱਜ ਉਹੀ ਦੰਗਲ ਦੀਆਂ ਧੀਆਂ ਉਹਨਾਂ ਨਾਲ ਕੁੱਟਮਾਰ, ਲਾਠੀਆਂ ਡੰਡੇ ਮਿਲ ਰਹੇ ਨੇ। ਬਾਲੀਵੁੱਡ ਕਿੱਥੇ ਹੈ? ਜੀ ਬਿਲਕੁਲ, ਤੁਹਾਡਾ ਵੈਲਿਡ ਕੁਐਸਚਨ ਹੈਗਾ, ਵੈਲਿਡ ਸਵਾਲ ਤੁਸੀਂ ਚੱਕਿਆ। ਪਰ ਨਸੀਰੁਦੀਨ ਸ਼ਾਹ ਦਾ ਜਿਹੜਾ ਇਹਨਾਂ ਲੈਜੈਂਡਰੀ ਐਕਟਰ ਹੈ ਦੇਸ਼ ਦਾ, ਉਹਨੇ ਇਹੀ ਗੱਲ ਹਾਲ ਹੀ ਵਿੱਚ ਕਹੀ ਹੈ ਵੀ ਸਾਰੇ ਡਰੇ ਹੋਏ ਨੇ। ਜਿਸ ਤਰ੍ਹਾਂ ਦਾ ਵਿਵਹਾਰ ਉਹਨਾਂ ਨੇ ਇੱਕ ਉਦਾਹਰਨ ਦਿੱਤੀ ਵੀ ਜੇ ਸ਼ਾਹਰੁਖ ਖਾਨ ਦੇ ਬੇਟੇ ਨਾਲ, ਆਰਨ ਖਾਨ ਨਾਲ ਜੋ ਹੋਇਆ, ਜਿਸ ਤਰ੍ਹਾਂ ਉਹ ਜੇਲ੍ਹ 'ਚ ਗਿਆ, ਝੂਠਾ ਮੁਕੱਦਮਾ ਗਿਆ, ਉਸ ਤੋਂ ਬਾਅਦ ਹੋਇਆ, ਉਸ ਘਟਨਾ ਤੋਂ ਬਾਅਦ ਸਾਰਾ ਹੀ ਬਾਲੀਵੁੱਡ ਡਰਿਆ ਹੋਇਆ, ਕੋਈ ਬੋਲਣਾ ਹੀ ਨਹੀਂ ਚਾਹੁੰਦਾ। ਪਰ ਪਾਰਲੀਮੈਂਟ ਵਾਸਤੇ ਵਧਾਈ ਦੇ ਰਹੇ ਨੇ। ਪਾਰਲੀਮੈਂਟ ਤੁਸੀਂ ਦੇਖੋ 28 ਅਪ੍ਰੈਲ ਨੂੰ ਪਾਰਲੀਮੈਂਟ ਦੇ ਟਵੀਟ ਸਾਰਿਆਂ ਨੇ ਕੀਤੇ ਕਿ ਨਵੀਂ ਪਾਰਲੀਮੈਂਟ ਲਈ ਸਾਨੂੰ ਬਹੁਤ-ਬਹੁਤ ਵਧਾਈ। ਉਹ ਨਸੀਰੁਦੀਨ ਸ਼ਾਹ ਇਹ ਕਹਿ ਰਿਹਾ ਉਹ ਡਰ 'ਚ ਹੀ ਕੀਤੇ ਗਏ ਨੇ ਵੀ ਸਾਡੇ ਤੇ ਸਰਕਾਰ ਕੋਈ ਐਕਸ਼ਨ ਨਾ ਲੈ ਲੇ, ਜਾਂ ਕੋਈ ਇੱਕ ਫਲਾਨੀ ਪਾਰਟੀ ਜਾਂ ਕੋਈ ਫਲਾਨਾ ਉਹਦੀ ਆਰਗੇਨਾਈਜੇਸ਼ਨ ਇੰਸਟੀਚਿਊਟ ਸਾਡੇ ਤੇ ਸਾਨੂੰ ਸਿਕਿਉਰ ਮਹਿਸੂਸ ਕਰਨ ਵਾਸਤੇ ਉਹ ਡਰ 'ਚ ਕਰਾਏ ਜਾ ਰਹੇ। ਨਸੀਰੁਦੀਨ ਸ਼ਾਹ ਕਹਿ ਰਿਹਾ। ਸ਼ੁਭਕਰਮਨ, ਤੁਹਾਨੂੰ ਲੱਗਦਾ ਹੈ ਕਿ ਇਹ ਲੋਕਾਂ ਨੂੰ ਡਿਸਾਈਡ ਇਸ ਵੇਲੇ ਕਰ ਲੈਣਾ ਚਾਹੀਦਾ ਹੈ ਕਿ ਕੋਈ ਵੀ ਬਾਲੀਵੁੱਡ ਵਾਲੇ ਆਉਂਦੇ ਨੇ ਆਪਣੇ ਪਿੰਡਾਂ ਦੇ ਵਿੱਚ, ਤੁਸੀਂ ਫਿਲਮਾਂ ਦੀ ਸ਼ੂਟਿੰਗ ਤੇ ਮਨਾਹੀ ਕਰ ਦਿਓ। ਸੁਲਤਾਨ ਕੀਤੀ ਸਲਮਾਨ ਖਾਨ ਨੇ, ਦੰਗਲ ਕੀਤੀ ਆਮਿਰ ਖਾਨ ਨੇ, ਉਸ ਤੋਂ ਇਲਾਵਾ ਮੈਰੀ ਕਾਮ ਕੀਤੀ ਪ੍ਰਿਯੰਕਾ ਚੋਪੜਾ ਨੇ, ਸਾਨੀਆ ਕੀਤੀ ਇਹਨਾਂ ਨੇ ਪਰਿਨੀਤੀ ਚੋਪੜਾ ਨੇ, ਅਕਸ਼ੇ ਕੁਮਾਰ ਬੜਾ ਪਹਿਲਵਾਨੀ ਦੇ ਉੱਪਰ ਜ਼ੋਰ ਦਿੰਦੇ ਨੇ। ਸਿਰਫ ਤੁਸੀਂ ਆਪਣੇ ਫਾਇਦੇ ਦੇ ਲਈ ਆਪਣੇ ਪਿੰਡਾਂ ਦੇ ਵਿੱਚ ਆ ਕੇ ਸਾਡੇ ਕਲਚਰ ਨੂੰ, ਕਿਸਾਨਾਂ ਵੇਲੇ ਵੀ ਕੋਈ ਨਹੀਂ ਬੋਲਿਆ ਸੀ, ਤਾਂ ਕੀ ਲੱਗਦਾ ਕਿ ਬਾਈਕਾਟ ਕਰ ਦੇਣਾ ਚਾਹੀਦਾ? ਹੁਣ ਦੇਖੋ ਖਿਡਾਰੀ ਨੇ, ਕਿਸਾਨ ਜਿਹੜੇ ਸਾਰੇ ਦੇਸ਼ ਦਾ ਢਿੱਡ ਭਰਦੇ ਨੇ, ਉਹਨਾਂ ਨੂੰ ਕਿੰਨੇ ਤਰ੍ਹਾਂ ਦੀ ਕਨਸਪੀਰੇਸੀ ਥਿਉਰੀਜ਼ ਕਹੀਆਂ ਗਈਆਂ, ਕਿੰਨਾ ਕੁਝ ਕਿਹਾ ਗਿਆ। ਉਵੇਂ ਹੁਣ ਇਹਨਾਂ ਨੂੰ ਕਿਹਾ ਜਾ ਰਿਹਾ, ਰੈਸਲਰਸ ਨੂੰ, ਉਹਨਾਂ ਨੂੰ ਬਦਨਾਮ ਕਰ ਰਹੇ ਨੇ ਜਿਹੜੇ ਦੇਸ਼ ਵਾਸਤੇ ਸਧਾਰਨ ਘਰਾਂ ਤੋਂ ਉੱਠ ਕੇ ਮਿਨੀਮਮ ਰਿਸੋਰਸ 'ਚ ਮਿਹਨਤ ਕਰਕੇ ਦੇਸ਼ ਦਾ ਨਾਮ ਚਮਕਾਉਂਦੇ ਨੇ। ਉਹਨਾਂ ਦੇ ਉੱਤੇ ਕਿਹਾ ਜਾ ਰਿਹਾ ਵੀ ਇਹਨਾਂ ਪਿੱਛੇ ਕੋਈ ਇਹਨਾਂ ਦਾ ਇੰਟਰਸਟ ਹੈ ਜਾਂ ਕੋਈ ਸਿਆਸੀ ਲਾਹਾ ਲੈ ਰਹੇ ਆ, ਇਹ ਪਹਿਲਾਂ ਕਿਉਂ ਨਹੀਂ ਹੈਗੇ। ਗੱਲ ਤਾਂ ਇਹ ਹੈ ਵੀ ਇੰਨੇ ਚਿਰ ਤੋਂ ਹੋ ਰਿਹਾ ਸੀ, ਹਿੰਮਤ ਨਹੀਂ ਹੋਈ ਕਿਸੇ ਦੀ। ਜਦੋਂ ਪਾਣੀ ਸਿਰ ਉੱਤੋਂ ਚ ਹੀ ਲੰਘ ਗਿਆ, ਫਿਰ ਜਾ ਕੇ ਉਹਨਾਂ ਨੇ ਇੱਕ ਸਟੈਪ ਲਿਆ। ਨਾਲੇ ਇਹ ਉਹ ਬੰਦਾ ਜਿਹੜਾ ਉਹਨੂੰ ਕਹਿ ਰਿਹਾ ਵੀ ਇਹ ਤਾਂ 15 ਰੁਪਏ ਦੇ ਮੈਡਲ ਤੁਸੀਂ ਇਮਰਸ ਕਰਨ ਚੱਲੇ ਹੋ ਜਾਂ ਤੁਸੀਂ ਵਹਾਉਣ ਚੱਲੇ ਹੋ ਹੈਗੇ, ਹਨਾ। ਉਸ ਤੋਂ 15 ਰੁਪਏ ਉਹ ਇੰਨੀ ਗੱਲ ਜੁਰਤ ਕਰ ਰਿਹਾ ਉਹ ਕਹਿਣ ਦੀ, ਤਾਂ ਮਤਲਬ ਕਿ ਉਸਦੇ ਮਨ ਦੇ ਅੰਦਰ ਖਿਡਾਰੀ ਜਦੋਂ ਪ੍ਰੈਕਟਿਸ ਕਰਦੇ ਹੋਣਗੇ ਜਾਂ ਵੈਸੇ ਕੋਈ ਅਚੀਵਮੈਂਟ ਕਰਦੇ ਹੋਣਗੇ, ਉਸ ਨੂੰ ਕਿਵੇਂ ਦੇਖਦਾ ਹੋ। ਇਹ ਇੱਕ ਤਰ੍ਹਾਂ ਤੋਂ ਆਪਾਂ ਨੂੰ ਐਗਜ਼ਾਮਪਲ ਹੈ ਉਹਨਾਂ ਦੇ ਮਾਈਂਡ ਸੈਟ ਦਾ, ਵੀ ਉਹ ਕਿਸ ਤਰ੍ਹਾਂ ਇਹ ਐਥਲੀਟਸ ਨੂੰ ਦੇਖ ਰਹੇ ਨੇ, ਲੈ ਰਹੇ ਨੇ। ਉਹਨਾਂ ਨੂੰ ਗਰੂਰ ਹੈ ਵੀ ਉਹਨਾਂ ਕੋਲ ਪੋਲੀਟੀਕਲ ਪਾਵਰ ਹੈ। ਸਪੋਰਟਸ ਮਿਨਿਸਟਰ ਨੇ ਅਨੁਰਾਗ ਠਾਕੁਰ ਬੜੇ ਯੰਗ ਨੇ। ਇਹ ਸੋਚਿਆ ਜਾਂਦਾ ਹੈ ਕਿ ਜਦੋਂ ਯੰਗ ਜਨਰੇਸ਼ਨ ਦੇ ਹੱਥਾਂ ਦੇ ਵਿੱਚ ਪੋਲਿਟਿਕਸ ਆਉਂਦੀ ਹੈ ਤੇ ਸ਼ਾਇਦ ਕੋਈ ਸੁਧਾਰ ਹੋਵੇਗਾ। ਉਹਨਾਂ ਦੀ ਸਟੇਟਮੈਂਟ ਹੈ, ਕਹਿੰਦੇ ਖਿਡਾਰੀਆਂ ਨੂੰ ਬੜਾ ਸੰਯਮ ਰੱਖਣਾ ਚਾਹੀਦਾ, ਕੁਝ ਇਦਾਂ ਦਾ ਨਾ ਕਰੋ ਕਿ ਨੈਸ਼ਨਲ ਲੈਵਲ ਤੇ ਜਾਂ ਇੰਟਰਨੈਸ਼ਨਲ ਲੈਵਲ ਤੇ ਸਪੋਰਟਸ ਦੀ ਬੇਇੱਜ਼ਤੀ ਹੋਵੇ, ਕਿ ਜਦੋਂ ਘਸੀਟ ਕੀਤੀ ਜਾ ਰਹੀ ਹੈ ਉਦੋਂ ਬੇਇੱਜ਼ਤੀ ਨਹੀਂ ਹੋ ਰਹੀ। ਪੀਟੀ ਊਸ਼ਾ ਇੰਨੇ ਸੈਲੀਬ੍ਰੇਟਡ ਐਥਲੀਟ ਸੀਗੇ, ਜਦੋਂ ਉਹਨਾਂ ਦੀ ਸਟੇਟਮੈਂਟ ਆਈ ਹੈਗੀ ਵੀ ਨਿੱਕੀ ਮੋਟੀ ਗੱਲ ਨੂੰ ਤੁਸੀਂ ਕਿਵੇਂ ਕਰ ਰਹੇ ਹੈਗੇ ਹੋ, ਤਾਂ ਉਹਨਾਂ ਦਾ ਵੀ ਬਹੁਤ ਜ਼ਿਆਦਾ ਇਤਰਾਜ਼ ਬਣਾਇਆ ਗਿਆ। ਪਰ ਗੱਲ ਇਹ ਹੈ ਵੀ ਸਰਕਾਰ ਗੱਲ ਕਰਨ ਨੂੰ ਤਿਆਰ ਹੀ ਨਹੀਂ ਹੈ, ਅੰਨੀ ਤੇ ਬੋਲੀ ਹੋਈ ਪਈ ਹੈ। ਉਹਨਾਂ ਦੇ ਜੰਤਰ ਮੰਤਰ ਤੇ ਉਹ ਜਿਹੜਾ ਇੱਕ ਡੈਮੋਕ੍ਰੈਟਿਕ ਰਾਈਟ ਹੈ ਤੁਹਾਡਾ ਪ੍ਰੋਟੈਸਟ ਕਰਨ ਦਾ, ਉਹ ਵੀ ਨਹੀਂ ਕਰਨ ਦਿੱਤਾ ਜਾ ਰਿਹਾ। ਕਹਿ ਰਹੇ ਇੱਥੇ ਕਰ ਹੀ ਨਹੀਂ ਸਕਦੇ। ਤੇ ਤੁਸੀਂ ਦੇਖੋ ਵੀ ਬਰੂਟਲ ਐਰੋਗੈਂਸ ਹੈ, ਪਿਓਰ ਐਰੋਗੈਂਸ ਹੈ ਵੀ ਤੁਸੀਂ ਗੱਲ ਹੀ ਨਹੀਂ ਕਰਨਾ, ਨਾ ਤੁਸੀਂ ਸੁਣਵਾਈ ਕਰਨੀ। ਇੱਕ ਅੱਧੀ ਵਾਰ ਹੋ ਗਈ, ਉਹ ਸੈਟੀਸਫਾਈ ਨਹੀਂ ਕਰ ਪਾਏ, ਤੁਸੀਂ ਅੱਗੇ ਵਧੋ, ਫਿਰ ਤੋਂ ਕਰੋ। ਹੋਰ ਸੀਨੀਅਰ ਆਗੂ ਕਰ ਸਕਦੇ ਨੇ, ਸੀਨੀਅਰ ਲੀਡਰਸ ਕਰ ਸਕਦੇ ਨੇ। ਸਮ੍ਰਿਤੀ ਇਰਾਨੀ ਇੰਨਾ ਬੋਲਦੇ ਨੇ, ਵੂਮਨ ਇੰਪਾਵਰਮੈਂਟ ਦੀ ਗੱਲ ਕਰਦੇ ਆ। ਹੁਣ ਵੂਮਨ ਇੰਪਾਵਰਮੈਂਟ ਕਿੱਧਰ ਗਈ, ਜਦੋਂ ਤੁਹਾਡੇ ਦੇਸ਼ ਦੇ ਟੌਪ ਦੇ ਚੋਟੀ ਦੇ ਖਿਡਾਰੀ ਤਾਂ ਉੱਥੇ ਬੈਠੇ ਨੇ, ਹਨਾ। ਤੇ ਮਤਲਬ ਕਿ ਇਹਦੇ ਅੰਦਰ ਕੱਲਾ ਐਥਲੀਟਸ ਦੀ ਇੱਜ਼ਤ ਨਹੀਂ, ਦੇਸ਼ ਦੀ ਜਿਹੜੀ ਇੱਜ਼ਤ ਹੈ ਉਹ ਵੀ ਦਾਅ ਤੇ ਹੈ, ਕਿਉਂਕਿ ਵਰਲਡ ਦੇਖ ਰਿਹਾ। ਇੰਟਰਨੈਸ਼ਨਲ 올림픽 ਕਮੇਟੀ ਨੇ ਨੋਟਿਸ ਲਿਆ, ਠੀਕ ਹੈ, ਜਿਹੜੀ ਵਰਲਡ ਦੀ ਰੈਸਲਿੰਗ ਫੈਡਰੇਸ਼ਨ ਹੈ ਉਹਨਾਂ ਨੇ ਨੋਟਿਸ ਲਿਆ। ਉਹ ਕਹਿੰਦੇ ਵੀ ਜੇ ਤੁਸੀਂ ਸਟਿਪੂਲੇਟਡ ਟਾਈਮ ਦੇ ਅੰਦਰ ਇਲੈਕਸ਼ਨ ਨਾ ਕਰਾਈ ਤਾਂ ਅਸੀਂ ਸਸਪੈਂਡ ਕਰ ਦਿਆਂਗੇ ਬੋਡੀ ਨੂੰ। ਤੇ ਇਹ ਇਲੈਕਸ਼ਨ ਵੈਸੇ ਤੁਹਾਨੂੰ ਦੱਸ ਦਈਏ ਕਿ ਮਈ ਦੇ ਵਿੱਚ ਹੋਣੀ ਸੀ, ਪਰ ਕਿਉਂਕਿ ਹੁਣੇ ਡਿਸਪਿਊਟ ਸ਼ੁਰੂ ਹੋ ਗਿਆ ਤਾਂ ਉਸ ਨੂੰ ਹੋਲਡ ਕਰ ਦਿੱਤਾ ਗਿਆ ਹੈ। ਵੈਸੇ ਬ੍ਰਿਜ ਭੂਸ਼ਣ ਨੇ ਪਹਿਲਾਂ ਹੀ ਐਲਾਨ ਕਰ ਦਿੱਤਾ ਕਿ ਉਹ ਇਲੈਕਸ਼ਨ ਨਹੀਂ ਲੜਨਗੇ। ਮਾਮਲਾ ਹੁਣ ਦਾ ਨਹੀਂ ਹੈ, ਇਹ ਮਾਮਲਾ ਜਨਵਰੀ ਦੇ ਵਿੱਚ ਸਾਹਮਣੇ ਆਇਆ ਸੀ, ਜਦੋਂ ਇਹਨਾਂ ਪਲੇਅਰਸ ਨੇ ਆ ਕੇ ਐਲੀਗੇਸ਼ਨ ਲਗਾਏ ਸੀ। ਉਸ ਤੋਂ ਬਾਅਦ ਕਮੇਟੀ ਬਣ ਗਈ। ਕਮੇਟੀ ਦੀਆਂ ਰਿਪੋਰਟਾਂ ਦਾ ਨਤੀਜਾ ਕੀ ਨਿਕਲਦਾ ਅਸੀਂ ਸਾਰੇ ਜਾਣਦੇ ਹਾਂ। FIR ਵੀ ਦਰਜ ਹੋਈ ਹੈ ਸੁਪਰੀਮ ਕੋਰਟ ਦੇ ਦਖਲ ਤੋਂ ਬਾਅਦ। ਜਦੋਂ ਸੁਪਰੀਮ ਕੋਰਟ ਨੇ ਜਵਾਬ ਮੰਗਿਆ ਪੁਲਿਸ ਤੋਂ, ਉਸ ਤੋਂ ਬਾਅਦ FIR ਦਰਜ ਕੀਤੀ ਗਈ ਹੈ। ਪਰ FIR ਹੋ ਗਈ ਹੈ, ਗ੍ਰਿਫਤਾਰੀ ਕਦੋਂ ਹੋਵੇਗੀ ਜਾਂ ਨਹੀਂ ਹੋਵੇਗੀ, ਇਸ ਦਾ ਕੋਈ ਜਵਾਬ ਨਹੀਂ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਕਿਸ ਤਰ੍ਹਾਂ ਦੀ ਸਿਚੁਏਸ਼ਨ ਬਣਦੀ ਹੈ, ਕਿਸ ਤਰੀਕੇ ਦੇ ਨਾਲ ਇਸ ਮਾਮਲੇ ਦੇ ਵਿੱਚ ਅੱਗੇ ਪਹਿਲਵਾਨਾਂ ਦੇ ਨਾਲ ਜਸਟਿਸ ਹੁੰਦਾ ਹੈ ਜਾਂ ਨਹੀਂ। ਤੇ ਇਹ ਮੌਕਾ ਉਹਨਾਂ ਦੇ ਲਈ ਵੀ ਹੈ ਜਿਹੜੀਆਂ ਪਿਛਲੀਆਂ 12 ਸਾਲਾਂ ਦੇ ਦੌਰਾਨ ਚੁੱਪ ਰਹੀਆਂ ਨੇ, ਕਿ ਅੱਜ ਪੂਰੀ ਦੁਨੀਆ ਤੁਹਾਨੂੰ ਦੇਖ ਰਹੀ ਹੈ। ਅੱਗੇ ਜ਼ਰੂਰ ਆਓ। ਸ਼ੁਭਕਰਮਨ, ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਅਮ੍ਰਿਤ, ਥੈਂਕ ਯੂ, ਬਹੁਤ ਬਹੁਤ ਧੰਨਵਾਦ।